ਜੇ ਅਸੀਂ ਦੇਖੀਏ ਤਾਂ ਪਿਛਲੇ 10-12 ਸਾਲਾਂ ਤੋਂ ਲਾਈਟ ਦੀ ਕਦੀ ਪ੍ਰੋਬਲਮ ਨਹੀਂ ਆਈ। ਸਰਕਾਰਾਂ ਪਹਿਲਾਂ ਵੀ ਆਈਆਂ, ਇਹ ਵੀ ਸਰਕਾਰ ਨੇ 4.5 ਸਾਲ ਕੱਟੇ ਹੈਗੇ ਆ, ਲੇਕਿਨ ਇਹ ਜਿਹੜੀ ਪ੍ਰੋਬਲਮ ਆਈ ਹੈ ਇਹਨੇ ਹਾਹਾਕਾਰ ਮਚਾ ਦਿੱਤੀ ਇੰਡਸਟਰੀਜ਼ ਦੇ ਵਿੱਚ। ਤੁਸੀਂ ਲਾਈਟ ਜਿਹੜੀ ਹੈਗੀ ਇੱਕ ਇੰਡਸਟਰੀ ਨੂੰ ਨਾ ਬੰਦ ਕਰੋ, ਜੇ ਤੁਸੀਂ ਕਰਨੀ ਹੈਗੀ ਹੈ ਸਾਰੀ ਇੰਡਸਟਰੀ ਨੂੰ ਬੰਦ ਕਰ ਦਿਓ, 2-2 ਘੰਟੇ ਦੀ ਕੱਟ ਲਗਾ ਦਿਓ। ਬਜਾਏ ਤੁਸੀਂ ਫਗਵਾੜੇ ਦੇ ਵਿੱਚ, ਜਿੱਦਾਂ ਮੈਂ ਫਗਵਾੜੇ ਦੇ ਵਿੱਚ ਬੈਠਾ ਗਾ, ਜੇ ਮੈਂ ਪੰਜਾਬ ਦੀ ਵੀ ਗੱਲ ਕਰਦਾ ਤਾਂ ਤਕਰੀਬਨ 7000 ਯੂਨਿਟ ਇਸ ਦੇ ਨਾਲ ਇਫੈਕਟ ਹੋਏ ਆ। ਇਹ 2-2 ਘੰਟੇ ਦਾ ਕੱਟ ਵੱਡੀ ਇੰਡਸਟਰੀ ਨੂੰ, 2 ਘੰਟੇ ਦਾ ਕੱਟ ਛੋਟੀ ਇੰਡਸਟਰੀ ਨੂੰ, 2 ਘੰਟੇ ਦਾ ਕੱਟ ਦੁਕਾਨਦਾਰ ਨੂੰ, 2 ਘੰਟੇ ਦਾ ਕੱਟ ਰਿਹਾਇਸ਼ ਨੂੰ ਲਗਾ ਦੇਣਾ, ਤਾਂ ਜੋ ਸਰਕਾਰ ਦਾ ਕੰਮ ਵੀ ਚੱਲ ਜਾਵੇ, ਵਪਾਰ ਵੀ, ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਲੇਕਿਨ ਸਾਡੀ ਮਜਬੂਰੀ ਆ, ਆਵਾਜ਼ ਅਸੀਂ ਸਰਕਾਰ ਤੱਕ ਪਹੁੰਚਾਉਣੀ ਆ, ਉਹਦਾ ਹੋਰ ਕੋਈ ਰਸਤਾ ਨਹੀਂ ਹੈਗਾ। ਬਹੁਤ ਹੀ ਪਿਆਰ ਭਰੀ ਮਿੱਠੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਸਾਰੇ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਸਰੋਤਿਆਂ ਨੂੰ। ਤੁਸੀਂ ਜੁੜ ਚੁੱਕੇ ਹੋ ਇਸ ਟਾਈਮ ਮਨੂ ਅਰੋੜਾ ਨਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਤੇ। ਅੱਜ ਅਸੀਂ ਤੁਹਾਡੇ ਪੇਸ਼ੇ ਖਿਦਮਤ ਹੋਏ ਹਾਂ ਆਪਣੇ ਟਾਕ ਵਿਦ ਮਨੂ ਸ਼ੋਅ ਤੇ। ਅੱਜ ਸਾਡੀ ਜਿਹੜੀ ਪਰਸਨੈਲਿਟੀ ਸਾਡੇ ਨਾਲ ਜੁੜੀ ਹੋਈ ਹੈ ਸ਼੍ਰੀ ਅਸ਼ੋਕ ਸੇਠੀ ਜੀ ਹੈ। ਇਹ ਫਗਵਾੜੇ ਦੇ ਲੀਡਿੰਗ ਇੰਡਸਟਰੀਲਿਸਟ ਨੇ। ਫਾਈਨ ਸਵਿਚਸ ਨਾਮ ਦੇ ਆਪਣੀ ਫੈਕਟਰੀ ਚਲਾ ਰਹੇ ਨੇ 1973 ਤੋਂ, ਜਿੱਥੇ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਸੀ ਇੱਕ ਛੋਟੇ ਯੂਨਿਟ ਤੋਂ, ਸਵਿਚਸ ਦੇ ਯੂਨਿਟ ਤੋਂ। ਹੁਣ ਇਹਨਾਂ ਨੇ ਫੈਨਸ और वाटर प्योरीफायर्स और काफ़ी इन्हों एक्सपेंड कर लिया और एक एक्सपोर्ट हब भी है फगवाड़े का एक। और ਇੱਥੇ ਅਸ਼ੋਕ ਸੇਠੀ ਜੀ 3 ਭਰਾਵਾਂ ਦੀ ਜੋੜੀ ਦੇ ਵਿੱਚ ਸਭ ਤੋਂ ਛੋਟੇ ਨੇ, ਵਨ ਆਫ ਦਾ ਡਾਇਰੈਕਟਰਸ ਨੇ ਫਾਈਨ ਸਵਿਚਸ ਦੇ, ਔਰ ਲੀਡਿੰਗ PRO ਨੇ ਆਪਣੀ ਫਰਮ ਦੇ। ਔਰ ਜਿੰਨੀ ਵੀ ਗੱਲਬਾਤ ਹੁੰਦੀ ਹੈ ਇਹਨਾਂ ਦੇ ਥਰੂ ਹੀ ਹੁੰਦੀ ਹੈ ਸਾਰੀ। ਔਰ ਇਹਨਾਂ ਨੇ ਫਗਵਾੜੇ ਦੇ ਸੋਸ਼ਲ ਵਰਕਰ ਵੀ ਨੇ, ਸੋਸ਼ਲ ਐਕਟੀਵਿਸਟ ਵੀ ਨੇ, ਕਾफ़ੀ ਸੋਸ਼ਲ ਵਰਕ ਕਰਦੇ ਰਹਿੰਦੇ ਨੇ, ਕਾफ़ੀ ਧਾਰਮਿਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਨੇ ਫਗਵਾੜੇ ਦੇ ਵਿੱਚ। ਇਸ ਤੋਂ ਇਲਾਵਾ ਇਹ ਇੱਕ ਪ੍ਰਮੁੱਖ ਆਗੂ ਵੀ ਨੇ ਭਾਜਪਾ ਦੇ, BJP ਦੇ, ਔਰ ਕਾफ़ੀ ਚੀਜ਼ਾਂ ਦੇ ਵਿੱਚ ਐਕਟਿਵ ਰਹਿੰਦੇ ਨੇ, ਕੋਈ ਵੀ ਮੁੱਦਾ ਹੋਵੇ ਫਗਵਾੜੇ ਦਾ। ਅੱਜ ਅਸੀਂ ਇਹਨਾਂ ਦੇ ਇੱਕ ਪੇਸ਼ੇ ਖਿਦਮਤ ਹੋਏ ਹਾਂ ਕਿਉਂਕਿ ਅੱਜ ਅਸੀਂ ਇਹਨਾਂ ਨੂੰ ਇੱਕ ਅਜਿਹੇ ਰੂਪ 'ਚ ਦੇਖਿਆ, ਪਹਿਲੇ ਜਿਹੜੇ ਨਹੀਂ ਰੂਪ 'ਚ ਦੇਖਿਆ ਸੀ, ਅੰਦੋਲਨਕਾਰੀ ਦੇ ਰੂਪ ਦੇ ਵਿੱਚ। ਇਹਨਾਂ ਨੇ ਧਰਨਾ ਵੀ ਲਗਾਇਆ MLA ਸਾਹਿਬ ਦੀ ਕੋਠੀ ਦੇ ਬਾਹਰ। ਤੁਸੀਂ ਕਾਰਨ ਜਾਣਨਾ ਚਾਹੋਗੇ ਕਿ ਇੰਨੇ ਵੱਡੇ ਇੰਡਸਟਰੀਜ਼ ਨੂੰ ਕਿਉਂ ਧਰਨੇ 'ਤੇ ਜਾਣਾ ਪਿਆ, ਤਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਾਵਰ ਸਿਚੁਏਸ਼ਨਸ ਬਹੁਤ ਹੀ ਵਿਗੜੀ ਹੋਈ ਹੈ ਇਸ ਟਾਈਮ ਪੰਜਾਬ ਦੀ। ਔਰ ਪਾਵਰ ਸਿਚੁਏਸ਼ਨ ਨੂੰ ਦੇਖਦੇ ਹੋਏ ਕਾफ़ੀ ਪਾਵਰ ਕੱਟਸ ਲੱਗ ਰਹੇ ਨੇ। ਤੁਸੀਂ ਸਾਰੇ ਇਸ ਚੀਜ਼ ਨੂੰ ਅੱਛੀ ਭਲੀ ਭਾਂਤੀ ਜਾਣਦੇ ਹੋ। ਪਹਿਲੇ ਜਿਹੜੇ ਕੱਟਸ ਨੇ ਫਾਰਮਰਸ ਨੂੰ ਇਫੈਕਟ ਕਰ ਰਹੇ ਸੀ, ਫਿਰ ਰੈਜ਼ੀਡੈਂਸ਼ੀਅਲ ਏਰੀਆਜ਼ ਨੂੰ ਇਫੈਕਟ ਕਰ ਰਹੇ ਸੀ। ਹੁਣ ਲਾਰਜ ਸਕੇਲ ਇੰਡਸਟਰੀਜ਼ ਲਈ ਵੀ ਇੱਕ ਵੱਡਾ ਫਰਮਾਨ ਪੰਜਾਬ ਸਰਕਾਰ ਵੱਲੋਂ ਦੇ ਦਿੱਤਾ ਗਿਆ ਸੀਗਾ ਕਿ 3 ਦਿਨ ਲਾਰਜ ਸਕੇਲ ਯੂਨਿਟਸ ਬੰਦ ਰਹਿਣਗੇ, ਫਿਰ ਇਹਨੂੰ ਵਧਾ ਕੇ 4 ਦਿਨ ਕਰ ਦਿੱਤਾ ਗਿਆ। ਜਦੋਂ 4 ਦਿਨ ਦੀ ਪ੍ਰੋਡਕਸ਼ਨ ਬੰਦ ਹੁੰਦੀ ਹੈ ਲਾਰਜ ਸਕੇਲ ਯੂਨਿਟਸ ਦੀ, ਤਾਂ ਉਹਨਾਂ ਦੇ ਅੰਦਰ ਕਾਫੀ ਇਨਵੈਂਟਰੀ ਇਕੱਠੀ ਹੋਈ ਹੁੰਦੀ ਹੈ। ਉਹ ਇਨਵੈਂਟਰੀ ਇੱਕਦਮ ਸਟਾਕ ਪਾਈਲਸ ਹੋ ਜਾਂਦੀ ਹੈ। ਸਟਾਕ ਪਾਈਲ ਹੋ ਜਾਂਦੀ ਹੈ, ਉਹ ਮਤਲਬ ਉਹਦੀ ਬਿਲਿੰਗ ਨਹੀਂ ਹੋ ਪਾਉਂਦੀ, ਡੀਲਰਸ ਨੂੰ, ਡਿਸਟਰੀਬਿਊਟਰਸ ਤੱਕ ਨਹੀਂ ਪਹੁੰਚ ਪਾਉਂਦੀ। ਉਹਦੇ ਨਾਲ ਜਿਹੜਾ ਪੈਸੇ ਦੀ ਸਰਕੂਲੇਸ਼ਨ ਰੁਕਦੀ ਹੈ, ਕਿਉਂਕਿ ਅਗਰ ਮਾਲ ਨਹੀਂ ਜਾਏਗਾ ਕਿਸੇ ਵੀ ਦੁਕਾਨਦਾਰ ਨੂੰ ਤਾਂ ਉਹਦੀ ਪੇਮੈਂਟ ਵੀ ਨਹੀਂ ਆਏਗੀ। ਤਾਂ ਵੱਡੇ ਯੂਨਿਟਸ ਦੀ ਜਦੋਂ ਆਪਾਂ ਗੱਲ ਕਰੀਏ ਤਾਂ 4 ਦਿਨ ਦੀ ਜਿਹੜੀ ਸਰਕੂਲੇਸ਼ਨ ਹੁੰਦੀ ਹੈ ਕਈ ਵਾਰ ਕਰੋੜਸ ਦੇ ਵਿੱਚ ਚਲ ਜਾਂਦੀ ਹੈ। ਤਾਂ ਇਸ ਹਿਸਾਬ ਨਾਲ ਇਕੋਨਮੀ 'ਤੇ ਵੀ ਇਫੈਕਟ ਪੈਂਦਾ ਹੈ ਇੱਕ ਮਨੀ ਸਰਕੂਲੇਸ਼ਨ ਰੁਕਣ ਨਾਲ। ਆਓ ਸਿੱਧੇ ਹੀ ਚੱਲਦੇ ਹਾਂ ਅਸ਼ੋਕ ਸੇਠੀ ਜੀ ਕੋ, ਔਰ ਉਹਨਾਂ ਕੋਲ ਜਾਣਦੇ ਹਾਂ ਇਸ ਪ੍ਰੋਬਲਮ ਬਾਰੇ ਵੀ, ਔਰ ਉਹਨਾਂ ਦੇ ਅੱਜ ਤੱਕ ਦੇ ਸਫ਼ਰ ਬਾਰੇ ਵੀ ਪਹਿਲੇ ਜਾਣਾਂਗੇ। ਪ੍ਰੋਬਲਮਸ ਦੀ ਗੱਲ ਅਸੀਂ ਬਾਅਦ 'ਚ ਕਰਾਂਗੇ। ਪਹਿਲੇ ਉਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਸ਼ੋਅ ਦੇ ਵਿੱਚ, ਔਰ ਉਹਨਾਂ ਦੇ ਅੱਜ ਤੱਕ ਦੇ ਸਫ਼ਰ ਦੇ ਬਾਰੇ ਜਾਣਦੇ ਹਾਂ। ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ, ਟਾਕ ਵਿਦ ਮਨੂ ਸ਼ੋਅ 'ਤੇ। ਬਹੁਤ ਅੱਛਾ ਲੱਗਿਆ ਮੈਨੂੰ ਜੀ ਤੁਹਾਡੇ ਨਾਲ ਟਾਕ ਕਰਨ ਦੇ ਲਈ। ਤੁਸੀਂ ਆਏ ਹੈਗੇ ਆ, ਸਾਡੀ ਇੰਡਸਟਰੀਜ਼ ਦੀ ਪ੍ਰੋਬਲਮ ਨੂੰ ਸੁਣਨਾ ਹੈ, ਸਭ ਤੋਂ ਵੱਡੀ ਗੱਲ ਹੈਗੀ ਹੈ। ਇੰਡਸਟਰੀਜ਼ ਇੱਕ ਠੰਡੇ ਤਬੀਅਤ ਦਾ ਵਪਾਰੀ ਹੁੰਦਾ ਹੈਗਾ। ਇੰਡਸਟਰੀਜ਼ ਕਦੇ ਨਹੀਂ ਚਾਹੁੰਦਾ ਹੈਗਾ ਕਿ ਮੈਂ ਕਿਸੇ ਨਾਲ ਝਗੜਾ ਕਰਾਂ, ਮੈਂ ਕੋਈ ਧਰਨੇ ਦੇਵਾਂ, ਜਾਂ ਮੈਂ ਕਿਸੇ ਵੀ ਇਹੋ ਜਿਹੇ ਕੰਮ ਦੇ ਵਿੱਚ ਆਵਾਂ ਜਿਹਦੇ ਨਾਲ ਮੇਰੀ ਮਨ ਦੀ ਸ਼ਾਂਤੀ ਜਿਹੜੀ ਹੈਗੀ ਆ ਡਿਸਟਰਬ ਹੋਵੇ। ਮੇਰਾ ਜਿਹੜਾ ਧਿਆਨ ਹੈਗਾ ਮੇਰੇ ਕੰਮ ਦੇ ਨਾਲ ਹੋਵੇ, ਮੇਰੇ ਵਪਾਰ ਦੇ ਨਾਲ ਹੋਵੇ। ਇਹੀ ਮੇਰੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਹਰੇਕ ਇੰਡਸਟਰੀਜ਼ ਦੀ ਇਹੀ ਚੀਜ਼ ਹੁੰਦੀ ਹੈਗੀ। ਪਿਛਲੇ ਕੁਝ ਦਿਨਾਂ ਤੋਂ ਇੰਡਸਟਰੀ ਦੇ ਵਿੱਚ ਲਾਈਟ ਦੀ ਬਹੁਤ ਵੱਡੀ ਪ੍ਰੋਬਲਮ ਆ ਗਈ। ਤਕਰੀਬਨ ਜੇ ਅਸੀਂ ਦੇਖੀਏ ਤਾਂ ਪਿਛਲੇ 10-12 ਸਾਲਾਂ ਤੋਂ ਲਾਈਟ ਦੀ ਕਦੀ ਪ੍ਰੋਬਲਮ ਨਹੀਂ ਆਈ। ਸਰਕਾਰਾਂ ਪਹਿਲਾਂ ਵੀ ਆਈਆਂ, ਇਹ ਵੀ ਸਰਕਾਰ ਨੇ 4.5 ਸਾਲ ਕੱਟੇ ਹੈਗੇ ਆ, ਲੇਕਿਨ ਇਹ ਜਿਹੜੀ ਪ੍ਰੋਬਲਮ ਆਈ ਹੈ ਇਹਨੇ ਹਾਹਾਕਾਰ ਮਚਾ ਦਿੱਤੀ ਇੰਡਸਟਰੀਜ਼ ਦੇ ਵਿੱਚ। ਪਿਛਲੇ ਹਫ਼ਤੇ
ਇੱਕ ਦਿਨ 12 12:30 ਵਜੇ ਦੇ ਕਰੀਬ ਮੈਸੇਜ ਆਇਆ ਕਿ 2 ਵਜੇ ਫੈਕਟਰੀ ਬੰਦ ਕਰ ਦਿਓ। 2 ਵਜੇ ਫੈਕਟਰੀ ਬੰਦ ਕਰਨ ਦਾ ਮਤਲਬ ਹੈਗਾ ਵੀ ਇੱਕਦਮ ਐਡਾ ਕੀ ਵਿਫਤਾ ਪੈ ਗਈ ਹੈਗੀ ਆ ਕਿ ਆਪਾਂ ਅਚਨਚੇਤ ਕਹੀਏ ਵੀ 2 ਵਜੇ ਫੈਕਟਰੀ ਬੰਦ ਕਰ ਦਿਓ। ਵੀ ਠੀਕ ਆ, ਤੁਹਾਡੇ ਕੋਲ ਕੋਈ ਪ੍ਰੋਬਲਮ ਹੈਗੀ ਆ, ਤੁਸੀਂ ਸਾਨੂੰ ਦੱਸੋ ਵੀ ਆਪਾਂ 2 ਦਿਨ ਦੀ ਲਾਈਟ ਦੀ ਸ਼ੋਰਟੇਜ ਆ, 4 ਦਿਨ ਦੀ ਸ਼ੋਰਟੇਜ ਆ, ਜਾਂ ਮੌਨਸੂਨ ਨਹੀਂ ਆਈਆਂ ਇਸ ਕਰਕੇ ਅਸੀਂ ਕੋਈ ਮੀਟਿੰਗ ਤਾਂ ਇੰਡਸਟਰੀ ਨਾਲ ਮੀਟਿੰਗ ਤਾਂ ਕਰੋ। ਹਰੇਕ ਲੈਵਲ ਦੇ ਉੱਤੇ ਐਕਸ਼ਨ ਵੀ ਹੈਗਾ। ਸਾਡੇ ਨਾਲ ਚੀਫ ਇੰਜੀਨੀਅਰ ਵੀ ਬੈਠੇ ਹੈਗੇ ਜਲੰਧਰ ਦੇ ਵਿੱਚ, ਪਟਿਆਲਾ ਵੀ ਕੋਈ ਸਾਡੇ ਤੋਂ ਦੂਰ ਨਹੀਂ ਹੈਗਾ। ਅਸੀਂ ਹਰੇਕ ਦੇ ਨਾਲ ਮਿਲਣ ਨੂੰ ਤਿਆਰ ਹੈਗੇ ਹਾਂ। ਪਰ ਇਹਨਾਂ ਨੇ ਜਿਹੜੀ ਇੱਕਦਮ ਬੰਦ ਕਰ ਦਿੱਤੀ ਹੈਗੀ ਆ ਵੀ ਨਹੀਂ ਤਾਂ ਇੰਨਾ ਜੁਰਮਾਨਾ ਲੱਗੂਗਾ। ਵੀ ਅਸੀਂ ਇੱਕ ਐਡਿਡ ਇਨਵੈਸਟਮੈਂਟ ਕਰਕੇ ਇੰਡਸਟਰੀਆਂ ਲਗਾਈਆਂ ਹੈਗੀਆਂ, ਅਤੇ ਇਹ ਇੱਕ ਕਿਸਮ ਦੀ ਸਰਕਾਰ ਦੀ ਇੱਕ ਧਮਕੀ ਆ ਬਈ ਜੇ ਬੰਦ ਨਹੀਂ ਕਰੋਗੇ ਤੁਹਾਨੂੰ ਜੁਰਮਾਨਾ ਲਾਵਾਂਗੇ, ਨਹੀਂ ਕਰੋਗੇ ਤੁਹਾਡਾ ਕਨੈਕਸ਼ਨ ਕੱਟ ਦਾਂਗੇ। ਇਹ ਚੀਜ਼ਾਂ ਸਰਕਾਰ ਔਰ ਵਪਾਰੀਆਂ ਦੇ ਵਿੱਚ ਅੱਛੀਆਂ ਨਹੀਂ ਲੱਗਦੀਆਂ। ਜੇ ਤੁਹਾਨੂੰ ਪ੍ਰੋਬਲਮ ਹੈਗੀ ਆ ਲਾਈਟ ਦੀ, ਤੁਸੀਂ ਲਾਈਟ ਜਿਹੜੀ ਹੈਗੀ ਇੱਕ ਇੰਡਸਟਰੀ ਨੂੰ ਨਾ ਬੰਦ ਕਰੋ। ਜੇ ਤੁਸੀਂ ਕਰਨੀ ਹੈਗੀ ਆ ਸਾਰੀ ਇੰਡਸਟਰੀ ਨੂੰ ਬੰਦ ਕਰ ਦਿਓ, 2 ਘੰਟੇ ਦੇ ਕੱਟ ਲਗਾ ਦਿਓ। ਬਜਾਏ ਤੁਸੀਂ ਫਗਵਾੜੇ ਦੇ ਵਿੱਚ, ਮੈਂ ਫਗਵਾੜੇ ਦੇ ਵਿੱਚ ਬੈਠਾ ਗਾ, ਜੇ ਮੈਂ ਪੰਜਾਬ ਦੀ ਵੀ ਗੱਲ ਕਰਦਾ ਤਾਂ ਤਕਰੀਬਨ 7000 ਯੂਨਿਟ ਇਸ ਦੇ ਨਾਲ ਇਫੈਕਟ ਹੋਏ ਆ ਪੂਰੇ ਪੰਜਾਬ ਦੇ ਵਿੱਚ, ਅਤੇ ਪੰਜਾਬ ਦੇ ਵਿੱਚ ਯੂਨਿਟ ਤਾਂ ਹੈਗਾ 70,000। ਵੀ ਤੁਸੀਂ 7000 ਨੂੰ ਹੀ ਇਫੈਕਟਿਵ ਕਿਉਂ ਕਰਨ ਲੱਗੇ ਹੋ? ਅਸੀਂ ਕਹਿੰਦੇ ਤੁਸੀਂ ਕੱਟ ਲਗਾਉਣਾ ਵਾ 25% ਸਾਡੇ 'ਤੇ ਲਗਾ ਦਿਓ, 25% ਛੋਟੇ ਮੈਨੂਫੈਕਚਰ 'ਤੇ ਲਗਾ ਦਿਓ, 25% ਮਾਰਕੀਟ 'ਤੇ ਲਗਾ ਦਿਓ। ਜਿੰਨੀ ਲਾਈਟ ਅਸੀਂ ਕੰਜ਼ਿਊਮ ਕਰਦੇ ਹਾਂ ਉਹਦੇ ਨਾਲੋਂ ਜ਼ਿਆਦਾ ਲਾਈਟ ਬਾਜ਼ਾਰਾਂ ਦੇ ਵਿੱਚ ਦੁਕਾਨਾਂ 'ਤੇ ਕੰਜ਼ਿਊਮ ਹੁੰਦੀ ਹੈ। ਬੰਦ ਰਹੀ, ਮਾਰਕੀਟ ਬੰਦ ਸੀਗੀ, ਸਾਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਦੋਨੇ ਚੀਜ਼ਾਂ ਬੰਦ ਹੈਗੀਆਂ। ਮਾਲ ਦੇਣਾ ਕਿਹਨੂੰ? ਮਾਰਕੀਟ 'ਚ। ਜੇ ਮਾਰਕੀਟ ਵੀ ਬੰਦ ਹੈ, ਇੰਡਸਟਰੀ ਬੰਦ ਹੋ ਗਈ, ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਜੇ ਹੁਣ ਮਾਰਕੀਟ ਖੁੱਲ੍ਹੀ ਹੈਗੀ, ਇੰਡਸਟਰੀ ਬੰਦ ਹੈਗੀ ਆ, ਅਤੇ ਉਹਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਫਰਕ ਪੈਂਦਾ ਹੈਗਾ। ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਹੈਗੇ ਹਾਂ ਵੀ ਇਹਦੇ ਉੱਤੇ ਗੌਰ ਕਰੇ। ਜੇ ਅੱਜ ਅਸੀਂ ਮਾਲ ਵਪਾਰੀ ਨੂੰ ਨਹੀਂ ਦੇਵਾਂਗੇ, ਦੁਕਾਨਦਾਰ ਨੂੰ ਨਹੀਂ ਦੇਵਾਂਗੇ ਇੱਕ ਹਫ਼ਤਾ, ਅਤੇ ਇੱਕ ਹਫ਼ਤਾ ਉਹਨੇ ਮਾਲ ਪੰਜਾਬ ਤੋਂ ਦੂਜੀ ਸਟੇਟ ਤੋਂ ਮੰਗਾ ਲੈਣਾ ਹੈਗਾ। ਜਦੋਂ ਇੱਕ ਵਾਰੀ ਮਾਲ ਦੂਜੀ ਸਟੇਟ ਦਾ ਆ ਗਿਆ, ਸਾਡੇ ਦੁਕਾਨਦਾਰ ਦੇ ਕੋਲ ਪਹੁੰਚ ਗਿਆ, ਅਤੇ ਸਾਨੂੰ ਦੁਬਾਰਾ ਉੱਥੇ ਪੈਰ ਰੱਖਣਾ ਬਹੁਤ ਮੁਸ਼ਕਿਲ ਹੈਗਾ। ਸਰਕਾਰ ਨੂੰ ਚਾਹੀਦਾ ਹੈਗਾ ਇਹ 2-2 ਘੰਟੇ ਦਾ ਕੱਟ ਵੱਡੀ ਇੰਡਸਟਰੀ ਨੂੰ, 2 ਘੰਟੇ ਦਾ ਕੱਟ ਛੋਟੀ ਇੰਡਸਟਰੀ ਨੂੰ, 2 ਘੰਟੇ ਦਾ ਕੱਟ ਦੁਕਾਨਦਾਰ ਨੂੰ, 2 ਘੰਟੇ ਦਾ ਕੱਟ ਰਿਹਾਇਸ਼ ਨੂੰ ਲਗਾ ਦੇਣਾ, ਤਾਂ ਜੋ ਸਰਕਾਰ ਦਾ ਕੰਮ ਵੀ ਚੱਲ ਜਾਵੇ, ਵਪਾਰ ਵੀ, ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਰੋਟੀ ਮਿਲਣੀ ਹੈ, ਪੂਰੀ ਨਹੀਂ ਮਿਲੂਗੀ, ਪੌਣੀ ਤਾਂ ਮਿਲੇ ਨਾ। ਪੂਰੀ ਭੁੱਖ ਨਹੀਂ ਮਿਟੂਗੀ, ਪੌਣੀ ਭੁੱਖ ਤਾਂ ਮਿਟੇ ਨਾ। ਇਹ ਤਾਂ ਕਹਿੰਦੇ ਹੁਣ ਤੁਸੀਂ ਰੋਟੀ ਖਾਓ ਹੀ ਨਾ, ਇਹ ਪੋਸੀਬਲ ਨਹੀਂ ਹੈਗਾ ਕਿ ਅਸੀਂ ਰੋਟੀ ਨਾ ਖਾਈਏ। ਇਸ ਕਰਕੇ ਤੁਸੀਂ ਵੀ ਆਪਣੇ ਮੀਡੀਆ ਦੇ ਥਰੂ ਇਹ ਕਹੋ ਕਿ ਇਸ ਚੀਜ਼ ਨੂੰ ਦੇਖੋ। ਅਸੀਂ ਵੀ ਚੀਫ ਇੰਜੀਨੀਅਰ ਨਾਲ ਵੀ ਗੱਲ ਕੀਤੀ ਹੈ। ਅੱਜ ਸਾਨੂੰ ਨਾ ਬਹੁਤ ਕਹਿੰਦੇ ਉਹਨੇ ਮਨ 'ਤੇ ਪੱਥਰ ਰੱਖ ਕੇ ਧਾਲੀਵਾਲ ਸਾਹਿਬ ਦੇ ਘਰ ਬਾਹਰ ਧਰਨਾ ਲਾਉਣਾ ਪਿਆ। ਅਸੀਂ ਨਹੀਂ ਚਾਹੁੰਦੇ ਸੀਗੇ। ਧਾਲੀਵਾਲ ਸਾਡੇ ਬਹੁਤ ਪ੍ਰਿਯ ਨੇਤਾ ਹੈਗੇ ਆ, ਸਾਡੇ ਅੱਛੇ ਦੋਸਤ ਹੈਗੇ। ਅੱਜ ਦੇ ਨਹੀਂ, ਇਹ ਪਿਛਲੇ 25-30 ਸਾਲਾਂ ਤੋਂ ਸਾਡੇ ਦੋਸਤ ਹੈਗੇ ਆ। ਆਪਣੇ ਦੋਸਤ ਦੇ ਘਰ ਬਾਹਰ ਧਰਨਾ ਲਗਾਉਣਾ ਸਾਨੂੰ ਔਖਾ ਲੱਗਿਆ ਹੈਗਾ, ਲੇਕਿਨ ਸਾਡੀ ਮਜਬੂਰੀ ਆ। ਆਵਾਜ਼ ਅਸੀਂ ਸਰਕਾਰ ਤੱਕ ਪਹੁੰਚਾਉਣੀ ਆ, ਉਹਦਾ ਹੋਰ ਕੋਈ ਰਸਤਾ ਨਹੀਂ ਹੈਗਾ। ਤੁਸੀਂ ਵੀ ਸਾਡੀ ਆਵਾਜ਼ ਆਪਣੇ ਇਲੈਕਟ੍ਰੋਨਿਕ ਮੀਡੀਆ ਦੇ ਥਰੂ ਸਰਕਾਰ ਤੱਕ ਪਹੁੰਚਾਓ, ਤਾਂ ਜੋ ਸਰਕਾਰ ਦਾ ਕੰਮ ਵੀ ਚੱਲ ਜਾਵੇ, ਕਿਸਾਨਾਂ ਦਾ ਕੰਮ ਵੀ ਚੱਲ ਜਾਵੇ, ਇੰਡਸਟਰੀ ਦਾ ਕੰਮ ਵੀ ਚੱਲ ਜਾਵੇ, ਬਾਜ਼ਾਰ ਦਾ ਕੰਮ ਵੀ ਚੱਲ ਜਾਵੇ। ਇਹੀ ਬੇਨਤੀ ਕਰਦੇ ਹਾਂ, ਤੁਹਾਡੇ ਥਰੂ ਇਹ ਆਵਾਜ਼ ਦੁਬਾਰਾ ਪਹੁੰਚਾਉਣਾ ਚਾਹੁੰਦੇ ਹੈਗੇ ਸਾਰੀ ਇੰਡਸਟਰੀ ਵੱਲੋਂ। ਅਸੀਂ ਅੱਜ ਵੀ ਸਾਰੀ ਇੰਡਸਟਰੀ ਦੀ ਮੀਟਿੰਗ ਕੀਤੀ ਹੈਗੀ ਆ, ਕੱਲ੍ਹ ਨੂੰ ਫਿਰ ਕਰਨੀ ਹੈਗੀ ਆ। ਅਸੀਂ ਨਹੀਂ ਚਾਹੁੰਦੇ ਕਿ ਸੜਕਾਂ ਦੇ ਉੱਤੇ ਆਈਏ। ਸਾਡੇ ਲਈ ਜ਼ਮੀਨ ਦੇ ਉੱਤੇ ਬਹਿਣਾ ਬਹੁਤ ਮੁਸ਼ਕਿਲ ਆ। ਸਾਡਾ ਸਟੇਟਸ ਨਹੀਂ ਹੈਗਾ ਕਿ ਧਰਨੇ ਦੇਈਏ। ਅਸੀਂ ਜਿਨ੍ਹਾਂ ਦੇ ਲਈ ਵੋਟਾਂ ਮੰਗੀਆਂ, ਅੱਜ ਉਹਨਾਂ ਦੇ ਅਗੇਂਸਟ ਧਰਨੇ ਲਾਈਏ, ਸਾਨੂੰ ਨਹੀਂ ਅੱਛਾ ਲੱਗਦਾ, ਕਿਉਂਕਿ ਸਾਡੇ ਚੁਣੇ ਹੋਏ ਨੇਤਾ ਹੀ, ਅਸੀਂ ਇਹਨਾਂ ਨੂੰ ਚੁਣਿਆ ਵਾ। ਜੇ ਅਸੀਂ ਇਹਨਾਂ ਨੂੰ ਦੁੱਖ ਤਕਲੀਫ ਨਹੀਂ ਦੱਸਾਂਗੇ ਤਾਂ ਕਿਹਨੂੰ ਦੱਸਾਂਗੇ? ਜੇ ਸਾਡੀ ਸੁਣਵਾਈ ਇਹ ਨਹੀਂ ਕਰਕੇ ਉੱਪਰ ਨਹੀਂ ਪਹੁੰਚਾਓਗੇ ਤਾਂ ਕੌਣ ਪਹੁੰਚਾਊਗਾ? ਸਾਨੂੰ ਰੋਣਾ ਤਾਂ ਇਹਨਾਂ ਦੇ ਅੱਗੇ ਪੈਣਾ ਨਾ। ਹੁਣ ਜਿਹੜੀ ਜਿਸ ਚੀਜ਼ ਦਾ ਰਾਜ ਨਹੀਂ ਹੈਗਾ, ਅਸੀਂ ਉਹਦੇ ਅੱਗੇ ਰੋਣਾ, ਉਹਦਾ ਕੋਈ ਫਾਇਦਾ ਨਹੀਂ। ਅਸੀਂ ਇਸ ਕਰਕੇ ਆਪਣਾ ਦੁੱਖ ਜਿਹੜਾ ਗਾ ਜ਼ਾਹਰ ਕਰਨ ਦੇ ਲਈ ਇਹਨਾਂ ਦੇ ਕੋਠੀ ਦੇ ਬਾਹਰ ਧਰਨਾ ਲਾਇਆ ਗਾ। ਇਹਦੇ ਵਿੱਚ ਕਿਸੇ ਨੂੰ ਕੋਈ ਮਹਿਸੂਸ ਕਰਨ ਦੀ ਨਹੀਂ ਗੱਲ ਹੈਗੀ ਆ। ਇਹ ਇੱਕ ਪਾਰਟ ਆਫ ਲਾਈਫ ਹੈਗਾ, ਇੱਕ ਬਿਜ਼ਨਸ ਹੈਗਾ। ਅੱਜ ਤੁਸੀਂ ਵੀ ਜੇ ਕੋਈ ਦੂਜੀ ਸਰਕਾਰ ਨਹੀਂ ਕੰਮ ਕਰਦੀ ਹੈ, ਜੇ ਸੈਂਟਰ ਸਰਕਾਰ ਨਹੀਂ ਕੰਮ ਕਰਦੀ, ਤੁਸੀਂ ਵੀ ਤਾਂ ਧਰਨੇ ਲਗਾਉਂਦੇ ਨਾ ਉਹਦੇ ਅਗੇਂਸਟ। ਇਸੇ ਤਰੀਕੇ ਨਾਲ ਹੀ ਅਸੀਂ ਇੱਕ ਆਪਣਾ ਰੋਸ ਪ੍ਰਗਟ ਕੀਤਾ ਹੈਗਾ। ਇਸ ਕਰਕੇ ਸਾਡਾ ਇਸ ਰੋਸ ਨੂੰ ਉੱਪਰ ਤੱਕ ਪਹੁੰਚਾਓ, ਜਲਦੀ ਤੋਂ ਜਲਦੀ ਇਹਦਾ ਹੱਲ ਕਰੋ। ਬਰਸਾਤਾਂ ਆ ਜਾਣੀਆਂ, ਸਾਨੂੰ ਵੀ ਪਤਾ ਹਫ਼ਤੇ 10 ਦਿਨ 'ਚ ਬਰਸਾਤਾਂ ਆ ਜਾਣੀਆਂ ਹੈਗੀਆਂ, ਇਹ ਪ੍ਰੋਬਲਮ ਸੋਲਵ ਹੋ ਜਾਣੀ ਹੈਗੀ। ਲੇਕਿਨ ਇਹ ਜਿਹੜਾ ਦੁੱਖ ਹੈਗਾ ਨਾ, ਇਹ ਦੁੱਖ ਦੀ ਘੜੀ ਜੇ ਛੋਟੇਜ ਹੈਗੀ ਨਾ, ਇਹ ਆਪਾਂ ਵੰਡ ਕੇ ਕੱਟ ਲਾਂਗੇ ਤਾਂ ਸਾਰੇ ਹੀ ਸੁਖੀ ਰਹਾਂਗੇ।
ਸੋ ਅਸ਼ੋਕ ਸੈਠੀ ਜੀ ਦਾ ਕਹਿਣਾ ਹੈ ਕਿ ਜਿਹੜੀ ਵੀ ਕੋਈ ਵਿਪਤਾ ਆਉਂਦੀ ਹੈ ਘਰ ਦੇ ਵਿੱਚ ਤਾਂ ਸਾਰੇ ਫੈਮਿਲੀ ਮੈਂਬਰਸ ਉਹਨੂੰ ਮਿਲ ਕੇ ਝੇਲਦੇ ਨੇ, ਬਟ ਇੱਥੇ ਥੋੜਾ ਵਿਤਕਰਾ ਕੀਤਾ ਜਾ ਰਿਹਾ ਹੈ। ਸਿਰਫ ਲਾਰਜ ਸਕੇਲ ਯੂਨਿਟਸ ਦੇ ਉੱਤੇ ਇਹ ਜਿਹੜਾ ਹੈਗਾ ਧੱਕਾ ਕੀਤਾ ਜਾ ਰਿਹਾ ਹੈ ਕਿ ਉਹ ਬੰਦ ਰਹਿਣ, ਜਦ ਕਿ ਜਿਹੜੇ ਮੀਡੀਅਮ ਸਕੇਲ ਯੂਨਿਟਸ ਹੈ, ਸਮਾਲ ਸਕੇਲ ਯੂਨਿਟਸ ਹੈ, ਉੱਤੇ ਕੋਈ ਇਹਦਾ ਇਫੈਕਟ ਨਹੀਂ ਹੈਗਾ। ਨਾ ਹੀ ਆਪਣੇ ਕਮਰਸ਼ੀਅਲ ਐਸਟੈਬਲਿਸ਼ਮੈਂਟਸ ਜਿਹੜੀਆਂ ਬਾਜ਼ਾਰ ਹੁੰਦੇ ਆ ਉਹਨਾਂ ਦੇ ਉੱਤੇ ਇਹਦਾ ਇਫੈਕਟ ਹੈਗਾ। ਉਹ ਘੱਟ ਦੀ ਕੋਈ ਅਨਾਉਂਸਮੈਂਟ ਨਹੀਂ ਹੋਈ ਉਹਨਾਂ ਵਾਸਤੇ, ਜਾਂ ਪੂਰਨ ਲੋਕਡਾਊਨ ਦੀ ਉਹਨਾਂ ਲਈ ਕੋਈ ਬੰਦਿਸ਼ ਨਹੀਂ ਹੈ, ਨਾ ਹੀ ਡੋਮੈਸਟਿਕ ਵਾਸਤੇ ਕੋਈ ਅਨਾਉਂਸਮੈਂਟ ਹੋਈ ਹੈ। ਉਹ ਕਹਿ ਰਹੇ ਆ ਕਿ ਬਜਾਏ ਲਾਰਜ ਸਕੇਲ ਯੂਨਿਟਸ ਨੂੰ, ਜਿਹੜੇ ਵੱਡੇ ਯੂਨਿਟਸ ਹੈਗੇ ਉਹਨੂੰ ਟੋਟਲੀ ਬੰਦ ਕਰਨ ਦੇ, ਤਾਂ ਆਪਾਂ 2-2 ਘੰਟੇ ਦੇ ਕੱਟ ਲਗਾ ਸਕਦੇ ਹੈਗੇ ਆ, ਮੀਡੀਅਮ ਸਕੇਲ ਦੇ ਵੀ, ਸਮੋਲ ਸਕੇਲ ਦੇ ਵੀ, ਔਰ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਦੇ ਵੀ, ਔਰ ਡੋਮੈਸਟਿਕ ਲੈਵਲ 'ਤੇ ਵੀ, ਤਾਂ ਕਿ ਇਹ ਜਿਹੜਾ ਇਸ ਟਾਈਮ ਜਿਹੜੀ ਪ੍ਰੋਬਲਮ ਦੀ ਘੜੀ ਹੈ ਇਹਦਾ ਹੱਲ ਕੱਢਿਆ ਜਾ ਸਕੇ। ਅਸੀਂ ਇੱਕ ਪ੍ਰਸ਼ਨ ਹੋਰ ਅੱਗੇ ਜਾਂਦੇ, ਇੱਕ ਕਦਮ ਹੋਰ ਅੱਗੇ ਉਠਾਉਂਦੇ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹ ਪ੍ਰੋਬਲਮ ਕਿਉਂ ਫੇਸ ਹੋਈ? ਕਿਉਂਕਿ ਪੰਜਾਬ ਇੱਕ ਟਾਈਮ ਦੇ ਵਿੱਚ ਬਿਜਲੀ ਦੇ ਗੱਲ ਕਰੀਏ ਤਾਂ ਸਰਪਲਸ ਸੀਗਾ ਸਟੇਟ। ਸਰਪਲਸ ਸਟੇਟ ਤੋਂ ਹੁਣ ਅਸੀਂ ਇੱਕ ਮਜਬੂਰ ਸਟੇਟ ਦੇ ਵਿੱਚ ਆ ਗਏ ਹਾਂ ਕਿ ਜਿੱਥੇ ਸਾਨੂੰ ਕੱਟਸ ਅਨਾਊਂਸ ਕਰਨੇ ਪੈ ਰਹੇ ਆ, ਉਹ ਵੀ ਲਾਰਜ ਸਕੇਲ ਯੂਨਿਟਸ ਦੇ, ਜਿਹੜਾ ਮੇਨ ਰੈਵਨਿਊ ਸੋਰਸ ਆ ਗਵਰਨਮੈਂਟ ਦਾ, ਬਹੁਤ ਵੱਡਾ ਕਮਾਈ ਦਾ ਸਰੋਤ ਹੈ, ਕਿਉਂਕਿ ਟੈਕਸ ਕਲੈਕਸ਼ਨ ਹੁੰਦੀ ਹੈ, ਇੱਕ ਰੈਵਨਿਊ ਕਲੈਕਸ਼ਨ ਹੁੰਦੀ ਹੈ, ਫਿਰ ਵੀ ਗਵਰਨਮੈਂਟ ਨੂੰ ਇਹ ਕਦਮ ਉਠਾਉਣਾ ਪੈ ਰਿਹਾ। ਕੀ ਤੁਹਾਨੂੰ ਲੱਗਦਾ ਹੈ ਕਿ ਐਜ਼ ਇੰਡਸਟਰੀਲਿਸਟ ਕਿੱਥੇ ਕਮੀ ਆਈ ਸਰਕਾਰ ਦੀ, ਕਿੱਥੇ ਉਹਦੇ ਪੈਰ ਲਟਖੜਾਏ ਕਿ ਉਹਨਾਂ ਨੂੰ ਸਰਪਲਸ ਸਟੇਟ ਤੋਂ ਇਸ ਲੈਵਲ 'ਤੇ ਆਉਣਾ ਪਿਆ? ਦੇਖੋ, ਅਸੀਂ ਇਹੀ ਕਹਾਂਗੇ ਮਿਸਮੈਨੇਜਮੈਂਟ ਆ। ਸਾਡੀ ਫੈਕਟਰੀਆਂ ਦੇ ਵਿੱਚ ਵੀ ਗਲਤੀਆਂ ਹੁੰਦੀਆਂ, ਸਾਡੀ ਮਿਸਮੈਨੇਜਮੈਂਟ ਕਰਕੇ ਹੁੰਦੀਆਂ, ਉਹਦਾ ਖਮਿਆਜਾ ਸਾਨੂੰ ਭੁਗਤਣਾ ਪੈਂਦਾ ਹੈਗਾ। ਜਦ ਸਰਕਾਰ ਨੂੰ ਪਤਾ ਹੈਗਾ ਵੀ ਇਹ ਸੀਜ਼ਨ ਜਿਹੜਾ ਪੈਡੀ ਦਾ ਆਉਂਦਾ ਹੈਗਾ, ਹਰੇਕ ਸਾਲ ਆਉਂਦਾ ਹੈਗਾ, ਠੀਕ ਆ, ਪਿਛਲੇ 10-12 ਸਾਲ ਤੋਂ 14 ਸਾਲ ਤੋਂ ਕੋਈ ਤਕਲੀਫ ਨਹੀਂ ਆਈ ਹੈਗੀ, ਲੇਕਿਨ ਇਹਨਾਂ ਨੂੰ ਇਹ ਤਾਂ ਪਤਾ ਨਹੀਂ ਵੀ ਸਾਡੀ ਕਿੰਨੀ ਲਾਈਟ ਪ੍ਰੋਡਿਊਸ ਹੋਣੀ ਹੈਗੀ ਆ ਅਤੇ ਕਿੰਨੀ ਸਾਡੀ ਇਹਨਾਂ ਮਹੀਨਿਆਂ 'ਚ ਖਪਤ ਹੁੰਦੀ ਹੈ। ਇਹਨਾਂ ਨੂੰ ਮੈਥਮੈਟਿਕ ਉਹ ਤਾਂ ਲੈ ਕੇ ਚੱਲਣਾ ਚਾਹੀਦਾ, ਇਹਨਾਂ ਨੇ ਉਹ ਚੀਜ਼ ਨਹੀਂ ਦੇਖੀ। ਜਦੋਂ ਅੱਜ ਤਾਂ ਸਾਨੂੰ ਕੋਈ ਵਪਾਰੀ ਫੋਨ ਕਰਦਾ ਹੈਗਾ, ਉਹ ਕਹਿੰਦਾ ਮਾਲ ਨਹੀਂ ਭੇਜਿਆ, ਅਸੀਂ ਉਹਨੂੰ ਕਹਿੰਦੇ ਯਾਰ 4.5 ਦਿਨ ਦੀ ਲਾਈਟ ਬੰਦ ਹੈ, ਉਹ ਕਹਿੰਦੇ ਤੂੰ ਕਿਹੜੀ ਸਦੀ ਦੇ ਵਿੱਚ ਰਹਿੰਦੇ? ਇਹ ਪੰਜਾਬ ਤਾਂ ਅਖਬਾਰਾਂ ਦੀ ਸੁਰਖੀਆਂ ਦੇ ਵਿੱਚ ਹੈਗਾ, TV ਦੀ ਸੁਰਖੀਆਂ ਦੇ ਵਿੱਚ ਕਿ ਸਰਪਲਸ ਇਲੈਕਟ੍ਰਿਸਿਟੀ ਸਟੇਟ ਹੈਗੀ ਹੈ। ਇਹ ਅਸੀਂ ਸੁਣਦੇ ਆਉਂਦੇ ਹੈਗੇ ਵੀ ਪੰਜਾਬ ਤੋਂ ਜਾ ਕੇ ਬਿਜ਼ਨਸ ਕਰੀਏ, ਮਾਲ ਉੱਥੋਂ ਮੰਗਾਈਏ ਕਿ ਉੱਥੇ ਇਹ ਪ੍ਰੋਬਲਮ ਨਹੀਂ ਹੈਗੀਆਂ। ਅੱਜ ਤੁਸੀਂ ਕਹਿੰਦੇ ਕਿ 3 ਦਿਨ ਪਹਿਲਾਂ ਬੰਦ ਰਹੀ ਹੈ, 4 ਦਿਨ ਫੈਕਟਰੀ ਹੋਰ ਬੰਦ ਰਹਿਣੀ ਹੈ। ਇਹ ਸਰਪਲਸ ਸਟੇਟ ਕਿੱਥੇ ਗਈ? ਬੜਾ ਅਫਸੋਸ ਹੁੰਦਾ ਸਾਡੇ ਪੰਜਾਬ ਦੇ ਬਾਰੇ ਕੋਈ ਸਾਨੂੰ ਇੱਦਾਂ ਕਵੇ, ਸਾਨੂੰ ਵੀ ਅੱਛਾ ਨਹੀਂ ਲੱਗਦਾ। ਸਰਕਾਰ ਨੂੰ ਸੋਚਣਾ ਚਾਹੀਦਾ, ਜਿੰਨੇ ਵੀ ਸਰਕਾਰ ਦੇ ਅਫਸਰ ਹੈਗੇ ਆ, ਐਡੇ ਐਡੇ ਕੁਆਲੀਫਾਈਡ ਅਫਸਰ ਹੈਗੇ ਆ, ਬਿਊਰੋਕਰੇਟ ਹੈਗੇ ਆ, ਉਹਨਾਂ ਨੂੰ ਦੇਖਣਾ ਚਾਹੀਦਾ ਪਹਿਲਾਂ ਵੀ ਕੀ ਹੈਗਾ ਕੀ ਨਹੀਂ ਹੈਗਾ। ਹਜੇ ਤਾਂ ਜਿਹੜੀ ਹੈਗੀ ਇਲੈਕਟ੍ਰਿਸਿਟੀ ਆ, ਜਿੰਨਾ ਚਿਰ ਕਰੋਨਾ ਨਾਲ ਇੰਡਸਟਰੀ ਬੰਦ ਰਹੀ, ਉਹ ਇਲੈਕਟ੍ਰਿਸਿਟੀ ਕਿੱਥੇ ਗਈ? ਜੇ ਉਦੋਂ ਇੰਡਸਟਰੀ ਬੰਦ ਰਹੀ ਹੈ ਤਾਂ ਇਲੈਕਟ੍ਰਿਸਿਟੀ ਇਹਨਾਂ ਨੂੰ ਸੇਵ ਕਰਨੀ ਚਾਹੀਦੀ, ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਸਟੇਟ ਨੂੰ ਸੇਲ ਕਰ ਦੇਣੀ ਚਾਹੀਦੀ, ਉਹਨਾਂ ਕੋਲ ਇਹਨਾਂ ਦਿਨਾਂ 'ਚ ਵਾਪਸ ਲੈ ਲੈਣੀ ਚਾਹੀਦੀ ਹੈਗੀ। ਨਾਲੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਹੈਗਾ, ਅਸੀਂ ਨਾ ਪਿਛਲੇ ਕਾਫੀ ਦੇਰ ਤੋਂ ਸੁਣਦੇ ਆਉਂਦੇ ਹੈਗੇ ਕਿ ਪੰਜਾਬ ਦਾ ਪਾਣੀ ਨੀਵਾਂ ਹੋ ਗਿਆ, ਪੰਜਾਬ ਦਾ ਪਾਣੀ ਖਤਮ ਹੋ ਜਾਣਾ ਹੈਗਾ। ਪਹਿਲਾਂ 12 ਫੁੱਟ 'ਤੇ ਸੀਗਾ, ਫਿਰ 20 ਫੁੱਟ 'ਤੇ ਹੋ ਗਿਆ, ਫਿਰ 40 'ਤੇ ਹੋ ਗਿਆ, ਅੱਜ 100, 150, 200 ਫੁੱਟ 'ਤੇ ਪਾਣੀ ਚਲਾ ਗਿਆ ਹੈਗਾ। ਜੇ ਅਸੀਂ ਸਮਝਦੇ ਹਾਂ ਕਿ ਇਹ ਇੱਕ ਪੈਡੀ ਦੀ ਫਸਲ ਬੀਜਣ ਦੇ ਨਾਲ ਸਾਡਾ ਪਾਣੀ ਥੱਲੇ ਜਾਂਦਾ ਹੈਗਾ, ਤਾਂ ਸਾਨੂੰ ਇਹ ਫਸਲ ਨੂੰ ਘੱਟ ਬੀਜਣਾ ਚਾਹੀਦਾ ਹੈਗਾ। ਇਹ ਜਿਨ੍ਹਾਂ ਸਟੇਟਾਂ ਦੇ ਵਿੱਚ ਸਾਡੇ ਕੋਲ ਇਹ ਫੈਸਿਲਿਟੀ ਹੈਗੀ ਹੈ, ਜਿੱਥੇ ਪਾਣੀ ਪੂਣੀ ਹੈਗਾ ਜ਼ਿਆਦਾ, ਤਾਂ ਜਿੱਥੇ ਪਾਣੀ ਦਾ ਲੈਵਲ ਉੱਚਾ ਹੈਗਾ, ਇਹ ਉਹਨਾਂ ਸਟੇਟਾਂ ਦੇ ਵਿੱਚ ਬੀਜ ਲੈਣਾ ਚਾਹੀਦਾ ਹੈ। ਤਾਂ ਇੰਡੀਆ ਇੱਕੋ ਹੀ ਹੈ ਨਾ। ਅਸੀਂ ਪੰਜਾਬ ਦੇ ਵਿੱਚ ਫਸਲ ਬੀਜੀ ਜਾਂ UP 'ਚ ਬੀਜੀ ਜਾਂ ਬਿਹਾਰ 'ਚ ਬੀਜੀ, ਕੀ ਫਰਕ ਹੈਗਾ? ਆਣੀ ਤਾਂ ਇੰਡੀਆ ਦੇ ਅੰਦਰ, ਇੰਡੀਆ 'ਚ ਹੀ ਹੈ ਨਾ। ਇਹ ਪਾਣੀ ਦਾ ਜਿਹੜਾ ਲੈਵਲ ਹੈਗਾ ਪੰਜਾਬ ਦਾ ਇਸ ਵਕਤ ਬਾਕੀ ਸਟੇਟਾਂ ਨਾਲੋਂ ਬਹੁਤ ਜ਼ਿਆਦਾ ਡਾਊਨ ਹੈਗਾ। ਸਰਕਾਰ ਨੂੰ ਇਹਦੇ ਉੱਤੇ ਵੀ ਕੋਈ ਨਾ ਐਕਸ਼ਨ ਲੈਣਾ ਚਾਹੀਦਾ, ਕੋਈ ਬੈਨ ਲਾਉਣਾ ਚਾਹੀਦਾ। ਕੋਈ ਵੀ ਫਸਲ ਹੈਗੀ, ਜਿੰਨੀ ਸਰਕਾਰ ਨੂੰ ਜ਼ਰੂਰਤ ਹੈਗੀ ਉਨੀ ਹੀ ਬੀਜਣੀ ਚਾਹੀਦੀ ਹੈ। ਬਾਕੀ ਹੋਰ ਆਈਟਮਾਂ ਨੂੰ ਬੀਜਣਾ, ਇੰਨੀਆਂ ਹੋਰ ਚੀਜ਼ਾਂ ਹੈਗੀਆਂ, ਸਬਜ਼ੀਆਂ ਹੈਗੀਆਂ, ਜ਼ਰੂਰੀ ਨਹੀਂ ਕਿ ਆਪਾਂ ਇੱਕ ਚਾਵਲ ਬੀਜਣੇ ਜਾਂ ਕਣਕ ਬੀਜਣੀ। ਦਾਲਾਂ ਬੀਜੋ, ਸਬਜ਼ੀਆਂ ਬੀਜੋ, ਹੋਰ ਇੰਨਾ ਕੁਛ ਹੈਗਾ ਜਿਹੜੀਆਂ ਸਾਨੂੰ ਬਾਹਰ ਦੀ ਸਟੇਟਾਂ ਤੋਂ ਲੈਣਾ ਪੈਂਦਾ, ਜਾਂ ਬਾਹਰਲੀ ਕੰਟਰੀ ਤੋਂ ਇੰਪੋਰਟ ਵੀ ਕਰਨਾ ਪੈਂਦਾ। ਪਾਣੀ ਦੀ ਘੱਟ ਤੋਂ ਘੱਟ ਜਿੰਨੀ ਵਰਤੋਂ ਕਰੋ। ਅਸੀਂ ਇਹੀ ਕਹਾਂਗੇ ਜ਼ਿਮੀਂਦਾਰਾਂ ਨੂੰ ਵੀ ਕੋਈ ਨਾ ਕੋਈ ਐਸੀ ਫਸਲ ਲਾਓ ਜਿਹਦੇ ਵਿੱਚ ਪਾਣੀ ਘੱਟ ਹੋਵੇ। ਜੇ ਜਿੰਨੀ ਰਿਕੁਆਇਰਮੈਂਟ ਹੈਗੀ ਆ ਅਨਾਜ ਦੀ, ਓਨਾ ਹੀ ਬੀਜੋ। ਜੇ ਬਾਕੀ ਅਨਾਜ ਗੋਦਾਮਾਂ 'ਚ ਜਿਹੜਾ ਸੜਨਾ ਹੈ ਨਾ, ਉਹ ਅਨਾਜ ਦਾ ਵੀ ਨੁਕਸਾਨ ਹੈਗਾ, ਸਾਡੀ ਪਾਣੀ ਦਾ ਵੀ ਨੁਕਸਾਨ ਹੈਗਾ, ਔਰ ਇੰਡਸਟਰੀ ਦੀ ਜਿਹੜੀ ਬਿਜਲੀ ਨਹੀਂ ਮਿਲਣੀ, ਉਹ ਵੀ ਇੱਕ ਬਹੁਤ ਵੱਡਾ ਨੁਕਸਾਨ ਹੈਗਾ। ਸੋ ਉਹਨਾਂ ਨੇ ਪ੍ਰਸ਼ਨ ਚਿੰਨ੍ਹ ਉਠਾਇਆ ਗਵਰਨਮੈਂਟ ਦੀ ਪਾਲਿਸੀਜ਼ ਦੇ ਉੱਤੇ ਵੀ, ਔਰ ਇੱਕ ਮੈਨੇਜਮੈਂਟ ਦਾ ਵੀ ਉਹਨਾਂ ਨੇ ਇੱਕ ਮੁੱਦਾ ਉਠਾਇਆ ਕਿ ਜਦੋਂ ਸਾਡੇ ਕੋਲ ਸਰਪਲਸ ਬਿਜਲੀ ਸੀ, ਅਸੀਂ ਉਹਨੂੰ ਵੇਚ ਸਕਦੇ ਸੀਗੇ ਦੂਜੀ ਸਟੇਟਸ ਨੂੰ, ਔਰ ਜਿਸ ਵੇਲੇ ਸਾਨੂੰ ਹੁਣ ਜ਼ਰੂਰਤ ਦਾ ਟਾਈਮ ਸੀਗਾ ਅਸੀਂ ਉਹਨੂੰ ਰੀਪਰਚੇਸ ਕਰ ਸਕਦੇ ਸੀਗੇ। ਕੁਛ ਯੂਨਿਟਸ ਹੁਣ ਬੰਦ ਵੀ ਪਏ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਜਿਹੜੇ ਕੁਛ ਯੂਨਿਟਸ ਬੰਦ ਕਰ ਦਿੱਤੇ ਗਏ ਨੇ ਸਰਕਾਰ ਵੱਲੋਂ, ਜਾਂ ਉਹਨਾਂ ਦਾ ਕੁਛ ਖਰਾਬੀ ਆਈ ਹੈ, ਜਾਂ ਕਿਸ ਵਜ੍ਹਾ ਨਾਲ ਬੰਦ ਕੀਤੇ ਗਏ? ਬਠਿੰਡਾ ਥਰਮਲ ਪਲਾਂਟ ਸੀਗਾ, ਇਹ ਬੰਦ ਹੋ ਗਿਆ, ਟੋਟਲੀ ਬੰਦ ਕਰ ਦਿੱਤਾ ਗਿਆ ਹੈਗਾ।
ਵੀ ਇੱਕ ਗੁਰੂ ਨਾਨਕ ਗੁਰੂ ਮਹਾਰਾਜ ਦੇ ਨਾਂ ਦੇ ਉੱਤੇ ਇੱਕ ਉਹ ਥਰਮਲ ਪਲਾਂਟ ਸੀਗਾ ਲੱਗਿਆ ਹੋਇਆ। ਅਸੀਂ ਹੋਰ ਤਾਂ ਥਰਮਲ ਪਲਾਂਟ ਕੀ ਲੈਣੇ, ਅਸੀਂ ਉਹ ਨਹੀਂ ਬੰਦ ਕਰ ਦਿੱਤਾ ਹੈਗਾ। ਅਸੀਂ ਜੇ ਆਪਾਂ ਨੂੰ ਪਤਾ ਵੀ ਹਰੇਕ ਸਾਲ ਸਾਡੀ ਪਾਪੂਲੇਸ਼ਨ ਵੱਧਦੀ ਹੈਗੀ ਆ, ਅਸੀਂ ਪਾਪੂਲੇਸ਼ਨ ਨੂੰ ਨਹੀਂ ਕੰਟਰੋਲ ਕਰ ਸਕੇ ਹੈਗੇ। ਉਹ ਪਾਪੂਲੇਸ਼ਨ ਵਧਣ ਦੇ ਨਾਲ ਹੀ ਸਾਨੂੰ ਅਨਾਜ ਜ਼ਿਆਦਾ ਉਗਾਉਣਾ ਪੈਂਦਾ ਹੈਗਾ। ਉਹਦੇ ਨਾਲ ਸਾਨੂੰ ਇਲੈਕਟ੍ਰੀਸਿਟੀ ਦੇ 20 ਥਰਮਲ ਪਲਾਂਟ ਹੋਰ ਲਗਾਉਣੇ ਚਾਹੀਦੇ ਹੈਗੇ। ਜਿੰਨੇ ਪਰਸੈਂਟ ਪਾਪੂਲੇਸ਼ਨ ਵੱਧਦੀ ਹੈ, ਜਿੰਨੇ ਪਰਸੈਂਟ ਸਾਨੂੰ ਅਨਾਜ ਜ਼ਿਆਦਾ ਚਾਹੀਦਾ ਹੈਗਾ, ਉਨੇ ਪਰਸੈਂਟ ਇਲੈਕਟ੍ਰੀਸਿਟੀ ਪ੍ਰੋਡਿਊਸ ਦੇ ਸੋਰਸ ਵੀ ਵਧਾਉਣੇ ਚਾਹੀਦੇ ਹੈਗੇ। ਸੋ ਉਹਨਾਂ ਨੇ ਕਹਿਣਾ ਕਿ ਗਵਰਨਮੈਂਟ ਨੂੰ ਆਪਣੀ ਮੈਨੇਜਮੈਂਟ ਦੇ ਉੱਤੇ ਪੁਨਰ ਵਿਚਾਰ ਕਰਨਾ ਚਾਹੀਦਾ, ਇੱਕ ਦੂਰਅੰਦੇਸ਼ੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ, ਜਿਸ ਹਿਸਾਬ ਨਾਲ ਉਹਨਾਂ ਦੀ ਪ੍ਰੋਪਰ ਮੈਨੇਜਮੈਂਟ ਹੋ ਸਕੇ, ਜਿਸ ਵੇਲੇ ਜਿਸ ਚੀਜ਼ ਦੀ ਜ਼ਰੂਰਤ ਹੈਗੀ ਉਸ ਵੇਲੇ ਕੰਜ਼ਿਊਮਰ ਨੂੰ ਮਿਲ ਸਕੇ। ਇਲੈਕਟ੍ਰੀਸਿਟੀ ਦੇ ਉੱਤੇ ਉਹਨਾਂ ਦਾ ਅਸੀਂ ਅੱਜ ਇੱਕ ਅੰਦੋਲਨਕਾਰੀ ਦਾ ਰੂਪ ਵੀ ਦੇਖਿਆ, ਔਰ ਅਲੱਗ-ਅਲੱਗ ਰੂਪ ਉਹਨਾਂ ਦੇ ਦੇਖਦੇ ਆਏ ਹਾਂ ਅਸੀਂ। ਔਰ ਇਸ ਮੁੱਦੇ ਤੋਂ ਹੁਣ ਹਟ ਕੇ ਇੱਕ ਤੁਹਾਡੇ ਨਾਲ ਹੋਰ ਗੱਲਬਾਤ ਕਰਦੇ ਹਾਂ ਅੱਜ। ਤਾਂ ਬਿਜਲੀ ਦਾ ਮੁੱਦਾ ਅਸੀਂ ਚਾਹਾਂਗੇ ਕਿ ਸਰਕਾਰ ਤੁਹਾਡੀ ਆਵਾਜ਼ ਜਲਦੀ ਤੋਂ ਜਲਦੀ ਸੁਣੇ ਔਰ ਇਹਦਾ ਹੱਲ ਨਿਕਲੇ। ਅੱਜ ਧਾਲੀਵਾਲ ਜੀ ਵੱਲੋਂ ਵੀ ਤੁਹਾਨੂੰ ਕੋਈ ਆਸ਼ਵਾਸਨ ਜ਼ਰੂਰ ਮਿਲਿਆ ਹੋਏਗਾ, ਜਿੱਥੇ ਤੱਕ ਅਸੀਂ ਸੋਚਦੇ ਹਾਂ। ਧਾਲੀ ਸਾਹਿਬ ਨੇ ਕੱਲ੍ਹ ਵੀ ਸਾਨੂੰ ਆਸ਼ਵਾਸਨ ਦਿੱਤਾ ਸੀਗਾ। ਉਹ ਮੇਰੀ ਅੱਜ ਵੀ ਗੱਲ ਉਹਨਾਂ ਨਾਲ ਹੋਈ ਜਦੋਂ ਅਸੀਂ ਧਰਨੇ 'ਤੇ ਬੈਠੇ ਗਏ। ਉਹਨਾਂ ਦੇ ਕਹੇ ਦੇ ਉੱਤੇ ਹੀ ਧਰਨਾ ਅਸੀਂ ਚੱਕਿਆ। ਉਹਨਾਂ ਨੇ ਕਿਹਾ ਮੈਂ ਸ਼ਾਮ ਤੱਕ ਇਹਦਾ ਕੋਈ ਨਾ ਕੋਈ ਹੱਲ ਕਰਵਾਵਾਂਗਾ। ਮੈਂ ਕੱਲ੍ਹ ਦਾ ਕਹਿੰਦਾ ਤੁਹਾਡੇ ਕੰਮ ਦੇ ਮਗਰ ਹੀ ਲੱਗਿਆ ਵਾਂ। ਅਸੀਂ ਵੀ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਜੇ ਤੁਸੀਂ ਸਾਨੂੰ ਆਸ਼ਵਾਸਨ ਦਿੰਦੇ ਹੈਗੇ ਆ, ਅਸੀਂ ਧਰਨਾ ਚੱਕ, ਸਾਨੂੰ ਧਰਨਾ ਲਗਾਉਣ ਦਾ ਸ਼ੌਂਕ ਨਹੀਂ ਹੈਗਾ। ਸਾਡੇ ਲਈ ਇਹ ਵੀ ਜਿਹੜਾ ਬਹਿਣਾ ਹੈਗਾ ਬਹੁਤ ਔਖਾ ਹੈਗਾ। ਅਸੀਂ ਖਾਸ ਕਰਕੇ ਆਪਣੇ ਘਰ ਅੱਗੇ ਬਹਿਣਾ ਸਾਨੂੰ ਬਹੁਤ ਔਖਾ ਹੈਗਾ। ਅਸੀਂ ਕਿਸੇ ਦੇ ਹੋਰ ਦੇ ਘਰ ਦੇ ਅੱਗੇ ਜਾ ਕੇ ਬੈਠੀਏ, ਕਿਸੇ ਹੋਰ ਸਟੇਟ 'ਚ ਬੈਠੀਏ ਜਾਂ ਉਹ ਗੱਲ ਹੋਰ ਹੈਗੀ ਆ। ਜਿਸ ਬੰਦੇ ਨੂੰ ਅਸੀਂ ਖੁਦ ਚੁਣ ਕੇ ਲੈ ਕੇ ਆਏ ਉਹਦੇ ਘਰ ਅੱਗੇ ਧਰਨਾ ਲਾਣਾ ਸਾਨੂੰ ਬਿਲਕੁਲ ਅੱਛਾ ਨਹੀਂ ਲੱਗਦਾ ਹੈਗਾ। ਤੁਸੀਂ ਜਲਦੀ ਤੋਂ ਜਲਦੀ ਇਹਦਾ ਹੱਲ ਕਰਾਓ ਤਾਂ ਜੋ ਵਪਾਰੀ ਔਰ ਤੁਸੀਂ ਦੋਨੇ ਹੀ ਦੇਸ਼ ਦੀ ਸੇਵਾ ਕਰ ਸਕੋ। ਥੈਂਕ ਯੂ। ਔਰ ਹੁਣ ਅਸੀਂ ਤੁਹਾਨੂੰ ਇੱਕ ਜਾਣਦੇ ਹਾਂ, ਇੱਕ ਅੱਛੇ ਸ਼ਹਿਰੀ ਦੇ ਤੌਰ 'ਤੇ ਵੀ ਜਾਣਦੇ ਹਾਂ, ਗੁੱਡ ਸਿਟੀਜ਼ਨ ਦੇ ਤੌਰ 'ਤੇ ਵੀ ਜਾਣਦੇ ਹਾਂ। ਤੁਸੀਂ ਬੜੇ ਹੀ ਐਕਟਿਵ ਰਹਿੰਦੇ ਹੋ, ਅਲੱਗ-ਅਲੱਗ ਧਾਰਮਿਕ ਸੰਸਥਾਨ ਦੇ ਨਾਲ ਵੀ ਜੁੜੇ ਰਹਿੰਦੇ ਹੋ, ਅਲੱਗ-ਅਲੱਗ ਐਸੋਸੀਏਸ਼ਨਸ ਨਾਲ ਵੀ ਜੁੜੇ ਰਹਿੰਦੇ ਹੋ। ਆਪਣੀ ਲਘੂ ਉਦਯੋਗ ਭਾਰਤੀ ਜਿਹੜੀ ਤੁਹਾਡੀ ਸੈਲਫ ਦੀ ਇੱਕ ਇੰਡਸਟਰੀਲਿਸਟ ਦੀ ਹੈਗੀ ਆ ਯੂਨਿਟ ਹੈਗੀ, ਉਸ ਨਾਲ ਵੀ ਜੁੜੇ ਹੋਏ ਹੋ। ਤਾਂ ਅਸੀਂ ਵੀ ਦੇਖਦੇ ਹਾਂ ਕਿ ਜਦੋਂ ਤੁਸੀਂ ਇੱਕ ਆਪਣੇ ਆਪ ਨੂੰ ਸੈਲਫ ਮੈਨੇਜਮੈਂਟ ਵੀ ਕਰਦੇ ਹੋ, ਇੰਡਸਟਰੀਅਲ ਮੈਨੇਜਮੈਂਟ ਤੋਂ ਇਲਾਵਾ ਸੈਲਫ ਮੈਨੇਜਮੈਂਟ ਦੇ ਵਿੱਚ ਵੀ ਅਸੀਂ ਦੇਖਿਆ ਕਿ ਤੁਸੀਂ ਜਿਹੜੇ ਸ਼ਹਿਰ ਦੇ ਮੁੱਦੇ ਕਾਫੀ ਉਠਾਉਂਦੇ ਰਹਿੰਦੇ ਹੋ ਟਾਈਮ ਟੂ ਟਾਈਮ। ਜਦੋਂ ਵੀ ਕਿਸੇ ਨੂੰ ਤੁਹਾਡੀ ਜ਼ਰੂਰਤ ਹੁੰਦੀ ਉੱਥੇ ਪਹੁੰਚਦੇ ਹਨ। ਕਿੱਥੋਂ ਤੁਹਾਡੇ ਅੰਦਰ ਇੰਨੀ ਐਨਰਜੀ ਆਉਂਦੀ ਹੈ? ਕੀ ਤੁਹਾਡੇ ਲਈ ਪ੍ਰੇਰਨਾ ਦਾ ਸੋਰਸ ਰਹਿੰਦਾ ਹੈ? ਅਸੀਂ ਦੇਖਦੇ ਹਾਂ ਕਿ ਗੁੱਡ ਮਾਰਨਿੰਗ ਦੇ ਮੈਸੇਜ ਵੀ ਤੁਹਾਡੇ ਤਕਰੀਬਨ ਹਰ ਗਰੁੱਪ ਦੇ ਵਿੱਚ ਪਹੁੰਚਦੇ ਆ। ਸਾਡੇ ਪੇਰੈਂਟਸ ਨੇ ਹੀ ਸਿਖਾਇਆ ਸੀਗਾ, ਉਹ ਸਾਡੇ ਗੁਰੂਆਂ ਨੇ ਵੀ ਇਹੀ ਸਿਖਾਇਆ ਹੈਗਾ ਸਾਨੂੰ ਵੀ ਵੰਡ ਕੇ ਛਕੋ। ਜੋ ਕੁਛ ਹੈਗਾ ਰਲ ਮਿਲ ਕੇ ਪਿਆਰ ਦੇ ਨਾਲ ਰਵੋ। ਇਸੇ ਚੀਜ਼ ਨੂੰ ਦੇਖ ਕੇ ਸਾਨੂੰ ਜੇ ਕਿਸੇ ਦੀ ਤਕਲੀਫ ਹੈਗੀ ਹੈ, ਸਾਨੂੰ ਆਪਣੀ ਤਕਲੀਫ ਲੱਗਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹਨੂੰ ਸੋਲਵ ਕਰੀਏ। ਅੱਜ ਇੰਡਸਟਰੀ ਦੀ ਜੇ ਬੰਦ ਹੈਗੀ ਹੈ, ਅਸੀਂ ਜਨਰੇਟਰ ਚਲਾ ਕੇ ਚਲਾ ਵੀ ਲਾਂਗੇ, ਉਹ ਵੀ ਕੋਈ ਗੱਲ ਨਹੀਂ। ਜਿਹੜੇ ਸਾਡੇ ਛੋਟੇ ਵਪਾਰੀ ਹੈਗੇ ਆ, ਛੋਟੇ ਮੈਨੂਫੈਕਚਰ ਹੈਗੇ ਆ, ਜਿਨ੍ਹਾਂ ਕੋਲ ਜਨਰੇਟਰ ਨਹੀਂ ਹੈਗਾ, ਸਾਨੂੰ ਉਹਨਾਂ ਦੇ ਕਰਕੇ ਵੀ ਧਰਨੇ ਲਾਣੇ ਪੈਂਦੇ। ਸਾਨੂੰ ਕੋਈ ਜ਼ਰੂਰੀ ਨਹੀਂ ਕਿ ਆਪਣੇ ਕਰਕੇ ਹੀ ਧਰਨੇ ਲਾਣੇ ਪੈਂਦੇ ਹੈਗੇ। ਜੀ ਅਸੀਂ ਸਮਾਜ ਦੇ ਵਿੱਚ ਹੈਗੇ, ਜੇ ਅਸੀਂ ਐਸੋਸੀਏਸ਼ਨ ਦੇ ਵਿੱਚ ਹੈਗੇ, ਸਾਨੂੰ ਐਸੋਸੀਏਸ਼ਨ ਦੇ ਨਾਲ ਚੱਲਣਾ ਪਊਗਾ। ਕੋਈ ਵੀ ਐਸੋਸੀਏਸ਼ਨ ਜਿਹੜੀ ਹੈਗੀ ਆ ਉਹਦਾ ਆਪਣਾ ਕੰਮ ਨਹੀਂ ਹੁੰਦਾ। ਐਸੋਸੀਏਸ਼ਨ ਦਾ ਕੰਮ ਹੈਗਾ ਵੀ ਸਾਰਿਆਂ ਨੂੰ ਦੇਖ ਕੇ ਕਰਨਾ। ਜੇ ਐਸੋਸੀਏਸ਼ਨ ਨੇ ਡਿਸਾਈਡ ਕੀਤਾ ਵੀ ਆਪਾਂ ਸਰਕਾਰ 'ਤੇ ਆਵਾਜ਼ ਪਹੁੰਚਾਉਣੀ ਹੈਗੀ ਆ, ਆਹ ਤਰੀਕਾ ਉਹਨਾਂ ਨੂੰ ਅੱਛਾ ਲੱਗਿਆ ਹੈਗਾ ਵੀ ਧਰਨਾ ਲਗਾਈਏ। ਲੱਗਿਆ ਵੀ ਬਹੁਤ ਔਖਾ ਜਿਹਾ ਯਾਰ ਧਰਨਾ ਇੰਡਸਟਰੀਸ ਲਗਾਉਣਾ, ਜਿਹੜੇ 24 ਘੰਟੇ ਆਪਣੇ ਕੰਮ ਦੇ ਵਿੱਚ ਬਿਜ਼ੀ ਰਹਿੰਦੇ ਹੈਗੇ, ਉਹਨਾਂ ਨੂੰ ਜ਼ਮੀਨ ਦੇ ਉੱਤੇ ਬੈਠ ਕੇ ਕਿਸੇ ਦੇ ਘਰ ਦੇ ਅੱਗੇ ਧਰਨਾ ਲਗਾਉਣਾ, ਇਹ ਬਹੁਤ ਔਖਾ ਜਿਹਾ ਕੰਮ ਹੈਗਾ। ਕੋਈ ਸੌਖਾ ਕੰਮ ਨਹੀਂ ਹੈਗਾ। ਇਹ ਤੁਸੀਂ ਦੇਖੋ ਅਸੀਂ ਕਿੰਨਾ ਔਖਾ ਹੋ ਕੇ ਧਰਨਾ ਲਗਾਇਆ। ਤੁਸੀਂ ਇਸ ਚੀਜ਼ ਵੱਲ ਦੇਖੋ। ਤੁਸੀਂ ਇਹ ਨਾ ਦੇਖੋ ਵੀ ਧਰਨਾ ਕਿਉਂ ਲਗਾਇਆ, ਤੁਸੀਂ ਇਹ ਦੇਖੋ ਵੀ ਅਸੀਂ ਕਿੰਨੇ ਮਜਬੂਰ ਹੋ ਕੇ, ਕਿੰਨੇ ਔਖਾ ਹੋ ਕੇ ਧਰਨਾ ਲਗਾਇਆ ਹੈਗਾ। ਸਾਡਾ ਕੰਮ ਹੈਗਾ ਸਮਾਜ ਦੀ ਸੇਵਾ ਕਰਨਾ। ਜੇ ਕਿਸੇ ਇੰਡਸਟਰੀਸਟ ਨੂੰ ਕੋਈ ਤਕਲੀਫ ਹੈਗੀ ਹੈ, ਚਾਹੇ ਉਹ ਇਲੈਕਟ੍ਰੀਸਿਟੀ ਦੀ ਹੈਗੀ, ਚਾਹੇ ਉਹ ਕਿਸੇ ਵੀ ਚੀਜ਼ ਦੀ ਹੈਗੀ, ਚਾਹੇ ਕਿਸੇ ਰਾਮ ਮਟੀਰੀਅਲ ਦੀ ਹੈਗੀ, ਅਸੀਂ ਰਲ ਕੇ ਉਹਦੀ ਸੋਲਵ ਕਰੀਏ। ਤੁਹਾਡਾ ਵੀ ਇਹੀ ਹੈ, ਤੁਸੀਂ ਵੀ ਇਲੈਕਸ਼ਨ ਲੜੀ ਹੈਗੀ ਹੈ, ਤੁਹਾਡਾ ਵੀ ਇਹੀ ਫਰਜ਼ ਬਣਦਾ ਹੈਗਾ ਕਿ ਮੇਰੇ ਜਿਹੜੇ ਏਰੀਏ ਦੇ ਬੰਦੇ ਹੈਗੇ ਆ, ਜੋ ਵੀ ਇੱਥੇ ਦੀ ਇੰਡਸਟਰੀ ਹੈਗੀ, ਇੱਕ ਇੰਡਸਟਰੀ ਹੀ ਐਸੀ ਚੀਜ਼ ਹੈਗੀ ਜਿਹਨੇ ਕਿ ਦੇਸ਼ ਨੂੰ ਚਲਾਉਣਾ, ਜਿਹਨੇ ਰੋਜ਼ਗਾਰ ਵੀ ਦੇਣਾ ਹੈਗਾ, ਜਿਹਨੇ ਟੈਕਸ ਵੀ ਇਕੱਠਾ ਕਰਕੇ ਜਿਹੜਾ ਹੈਗਾ ਦੇਣਾ ਹੈਗਾ ਸਰਕਾਰ ਨੂੰ। ਉਹ ਟੈਕਸ ਤੋਂ ਬਿਨਾਂ ਸਰਕਾਰ ਨਹੀਂ ਚੱਲਣੀ। ਜੇ ਅੱਜ 7000 ਯੂਨਿਟ ਬੰਦ ਹੈਗੇ ਆ ਤਾਂ ਤਕਰੀਬਨ ਮੇਰਾ ਖਿਆਲ ਹੈ ਕਿ ਜਿੰਨਾ ਕਿ ਨੁਕਸਾਨ ਹੋਇਆ ਵਾ ਇਹਦੀ ਭਰਵਾਈ ਨਹੀਂ ਹੋ ਸਕਦੀ। ਕੁਛ ਕਰੋਨਾ ਨੇ ਸਾਨੂੰ ਲੈ ਡੁੱਬੇ ਹੈਗੇ ਆ। ਇਹਨਾਂ ਜੇ 7 ਦਿਨਾਂ ਦੇ ਵਿੱਚ ਜੇ 10 ਦਿਨਾਂ ਦਾ ਜਿਹੜਾ ਬੈਂਕ ਨੇ ਵਿਆਜ ਸਾਡੇ ਕੋਲ ਲੈਣਾ ਵਾ, ਜਿਨ੍ਹਾਂ ਦੇ ਲੋਕਾਂ ਦੇ ਪੈਸੇ ਦੇਣੇ ਜੇ ਨਹੀਂ ਦੇਵਾਂਗੇ ਉਹ ਵੀ ਵਿਆਜ ਲਊਗੇ ਸਾਡੇ ਕੋਲ। ਸਰਕਾਰ ਨੂੰ ਚਾਹੀਦਾ ਹੈਗਾ ਕਿ ਇਸ ਚੀਜ਼ ਦੇ ਉੱਤੇ ਜਲਦੀ ਤੋਂ ਜਲਦੀ ਕੋਈ ਨਾ ਕੋਈ ਫੈਸਲਾ ਕਰੇ। ਮੈਂ ਇਹੀ ਕਹਿੰਦਾ ਜਿਹੜਾ ਦੁੱਖ ਹੈਗਾ ਇਹਨੂੰ ਵੰਡ ਦਿਓ। ਇੱਕ ਨੂੰ ਦੁਖੀ ਦੇਖੋਗੇ ਉਹ ਔਖਾ ਹੋਊਗਾ, ਜ਼ਿਆਦਾ ਔਖਾ ਹੋਊਗਾ, ਹੋ ਸਕਦਾ ਮਰ ਵੀ ਜਾਏ,
ਜੇ ਉਹ ਦੁੱਖ ਸਾਰਿਆਂ ਦੇ ਵਿੱਚ ਵੰਡਿਆ ਜਾਊਗਾ, ਉਹਦੀ ਬਚਣ ਦੀ ਉਮੀਦ 95% ਹੋ ਜਾਊਗੀ। ਤੁਸੀਂ ਇਹਨਾਂ ਨੂੰ ਦੁਖੀਆਂ ਨੂੰ ਬਚਾਓ, ਕਿਸੇ ਨਾ ਕਿਸੇ ਤਰੀਕੇ ਨਾਲ ਬਚਾਓ। ਸਰਕਾਰ ਦਾ ਕੰਮ ਹੈਗਾ। ਜਿੱਥੇ ਅਸੀਂ ਸਮਝਦੇ ਹੈਗੇ ਵੀ ਇਹਨਾਂ ਦੇ ਨਾਲ ਖੜਾ ਹੋਣਾ ਵਾ, ਉਹਦਾ ਤੁਹਾਡਾ ਵੀ ਕੰਮ ਹੈਗਾ ਵੀ ਸਰਕਾਰ ਦੇ ਅੱਗੇ ਕਰੋ। ਅਸੀਂ ਤੁਹਾਨੂੰ ਸੁਝਾਅ ਦਿੰਦੇ ਹਾਂ ਕਿ ਤੁਸੀਂ ਕੱਟ ਲਗਾਉਣਾ ਬਰਾਬਰ ਲਗਾ ਦਿਓ ਸਾਰਿਆਂ ਨੂੰ। ਦੁਕਾਨਾਂ ਨੂੰ ਵੀ ਲਗਾ ਦਿਓ 2 ਘੰਟੇ, ਕੋਈ ਫਰਕ ਨਹੀਂ ਪੈਂਦਾ। ਛੋਟੀ ਇੰਡਸਟਰੀ ਨੂੰ ਵੀ ਲਗਾ ਦਿਓ, ਕੋਈ ਫਰਕ ਨਹੀਂ ਪੈਂਦਾ। ਘਰ ਵੀ 2 ਘੰਟੇ ਇਲੈਕਟ੍ਰਿਸਿਟੀ ਨਹੀਂ ਆਊਗੀ ਤਾਂ ਵੀ ਪੱਖੀ ਲੈ ਕੇ ਚੱਲੋਗੇ, ਕੋਈ ਦਿੱਕਤ ਨਹੀਂ ਹੈਗੀ। ਉਹਨਾਂ ਨੂੰ ਕੋਈ ਐਸਾ ਕੰਮ ਨਹੀਂ ਘਰ ਦੇ ਵਿੱਚ ਵੀ ਕਰਨਾ ਹੁੰਦਾ। ਅੱਗੇ ਵੀ ਕਿਹੜਾ ਬੰਦ ਨਹੀਂ ਹੁੰਦੀਆਂ। ਜੇ 2 ਘੰਟੇ ਇੱਕ ਹਫ਼ਤੇ ਦੇ ਵਿੱਚ 2 ਦਿਨ ਬੰਦ ਵੀ ਹੋ ਗਏ ਤਾਂ ਕੋਈ ਦਿੱਕਤ ਨਹੀਂ ਹੈਗੀ। ਜੇ 2 ਦਿਨ ਕੋਈ ਫਾਲਟ ਪੈ ਜਾਵੇ ਤਾਂ ਵੀ ਤਾਂ ਆਪਾਂ ਗੁਜ਼ਾਰਾ ਕਰਦੇ ਹਾਂ ਨਾ। ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ ਇਹਦਾ ਹੱਲ ਕਰੋ, ਔਰ ਉਮੀਦ ਵੀ ਕਰਦਾ ਹੈਗਾ ਕਿ ਅੱਜ ਸ਼ਾਮ ਤੱਕ ਇਹਦਾ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ ਹੈਗਾ। ਅਸੀਂ ਵੀ ਉਮੀਦ ਕਰਦੇ ਹਾਂ ਕਿ ਇਸ ਪ੍ਰੋਬਲਮ ਦਾ ਜਲਦੀ ਤੋਂ ਜਲਦੀ ਹੱਲ ਨਿਕਲੇਗਾ। ਔਰ ਅੱਜ ਦੀ ਅਸੀਂ ਮੁਲਾਕਾਤ ਨੂੰ ਇੱਥੇ ਵਾਈਂਡ ਅਪ ਕਰਦੇ ਹਾਂ। ਜਾਂਦੇ ਜਾਂਦੇ ਕੋਈ ਕੰਕਲੂਡਿੰਗ ਵਰਡਸ ਆਪਣੇ ਸ਼ਹਿਰ ਵਾਸੀਆਂ ਲਈ? ਤੁਸੀਂ ਅੱਜ ਰੂਬਰੂ ਹੋ ਰਹੇ ਹੋ ਸ਼ਹਿਰ ਵਾਸੀਆਂ ਦੇ ਅੱਗੇ। ਸ਼ਹਿਰ ਦੇ ਵਿੱਚ ਇਹੀ ਮੈਂ ਕਹਾਂਗਾ ਜੀ, ਕਰੋਨਾ ਨੇ ਇਹ ਬਹੁਤ ਦੁਖੀ ਕੀਤਾ ਹੈਗਾ। ਜ਼ਿੰਦਗੀ ਕਿੰਨੀ ਕਿਸੇ ਦੀ ਹੈਗੀ ਆ ਇਹ ਕੋਈ ਪਤਾ ਨਹੀਂ। ਕਿਸੇ ਨਾਲ ਗਿੱਲੇ ਸ਼ਿਕਵੇ ਹੈਗੇ, ਭੁੱਲ ਕੇ ਪਿਆਰ ਦੀ ਜੱਫੀ ਪਾਓ ਅਤੇ ਜ਼ਿੰਦਗੀ ਜਿੰਨੀ ਹੈਗੀ ਉਹਨੂੰ ਬੜੇ ਖੁਸ਼ੀ ਤਰੀਕੇ ਨਾਲ ਜੀਓ। ਇਹੀ ਮੈਂ ਸਭ ਨੂੰ ਕਹਿਣਾ ਚਾਹੁੰਦਾ ਹੈਗਾ। ਥੋੜ੍ਹਾ ਟਾਈਮ ਹੈਗਾ, ਕੁਛ ਨਹੀਂ ਪਤਾ। ਸਾਡੇ ਹੱਥਾਂ ਦੇ ਵਿੱਚ ਸਾਡੇ ਤੋਂ ਛੋਟੇ ਵੀ, ਉਹ ਸਾਡੇ ਬਰਾਬਰ ਦੇ ਵੀ, ਉਹ ਸਾਡੇ ਤੋਂ ਵੱਡੇ ਵੀ, ਉਹ ਬੰਦੇ ਚਲੇ ਗਏ ਜਿਹੜੇ ਬਹੁਤ ਹੀ ਤੰਦਰੁਸਤ ਸੀਗੇ। ਸਾਨੂੰ ਆਪਣੇ ਆਪ ਦੇ ਵੀ ਕੋਈ ਨਹੀਂ ਹੈਗਾ। ਸਾਨੂੰ ਕਿਸੇ ਦੇ ਉੱਤੇ ਕੋਈ ਇਸ ਵਕਤ ਨਹੀਂ ਕਹਿ ਸਕਦੇ ਵੀ ਸਾਡੀ ਲਾਈਫ ਕੀ ਹੈਗੀ। ਕਰੋਨਾ ਨੇ ਐਸਾ ਇੱਕ ਸਾਡੇ ਅੰਦਰ ਇਹ ਡਰ ਪੈਦਾ ਕਰ ਦਿੱਤਾ ਹੈਗਾ, ਉਹ ਸਾਨੂੰ ਮਜਬੂਰ ਕਰ ਦਿੱਤਾ ਹੈਗਾ। ਹੁਣ ਅੱਗੇ ਹੁੰਦਾ ਹੈਗਾ ਇਹ ਬੱਚਿਆਂ ਲਈ, ਪੋਤੀਆਂ ਲਈ ਇਕੱਠੇ ਕਰੀਏ, ਨਹੀਂ ਅਸੀਂ ਕਹਿੰਦੇ ਹੁਣ ਜੋ ਕੁਛ ਹੈਗਾ ਇੰਜੋਏ ਕਰੋ ਲਾਈਫ ਦਾ। ਜੇ ਕਿਸੇ ਨਾਲ ਝਗੜਾ ਹੈਗਾ ਉਹਨੂੰ ਸੌਰੀ ਕਰ ਦਿਓ, ਮਾफ़ੀ ਮੰਗ ਲਓ। ਇੱਕ ਨੂੰ ਮਾफ़ੀ ਮੰਗਣੀ ਪੈਣੀ ਹੈ, ਜਾਂ ਮਾफ़ੀ ਦੇ ਦਿਓ ਜਾਂ ਮਾफ़ੀ ਮੰਗ ਲਓ, 2 ਚੀਜ਼ਾਂ ਵਾ। ਕਿਸੇ ਨੂੰ ਮਾफ़ ਕਰ ਦਿਓ ਉਹ ਵੀ ਓਨਾ ਹੀ ਹੈ, ਕਿਸੇ ਕੋਲ ਮਾफ़ੀ ਮੰਗ ਲਓ ਉਹ ਵੀ ਓਨਾ ਹੀ ਹੈਗਾ। ਪਿਆਰ ਦੇ ਨਾਲ ਰਹੋ। ਸਭ ਨੂੰ ਮੈਂ ਇਹੀ ਕਹਾਂਗਾ, ਇਹ ਚੀਜ਼ ਸਭ ਨੂੰ ਖੁਸ਼ੀ ਹੈ। ਥੈਂਕ ਯੂ ਜੀ। ਇਹ ਸੀ ਸਾਡੀ ਅੱਜ ਦੀ ਸ਼ਖਸੀਅਤ ਸ਼੍ਰੀ ਅਸ਼ੋਕ ਸੇਠੀ ਜੀ, ਸ਼ਹਿਰ ਫਗਵਾੜੇ ਤੋਂ। ਫਿਰ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ, ਇੱਕ ਨਵੀਂ ਪਰਸਨੈਲਿਟੀ ਦੇ ਨਾਲ, ਇੱਕ ਨਵੀਂ ਸ਼ਖਸੀਅਤ ਦੇ ਨਾਲ। ਟਾਕ ਵਿਦ ਮਨੂ ਸ਼ੋ 'ਤੇ ਅੱਜ ਲਈ ਇਜਾਜ਼ਤ ਦਿਓ ਮਨੂ ਅਰੋੜਾ ਨੂੰ। ਥੈਂਕ ਯੂ ਵੈਰੀ ਮੱਚ।